ਹੈਲੋ ਫਰੈਂਡਸ, ਸਾਰਿਆਂ ਲਈ ਖੁਸ਼ਖਬਰੀ ਹੈ ਜੀ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵਿਖੇ ਪੋਸਟਸ ਆ ਗਈਆਂ ਨੇ ਜੀ। ਲਾਸਟ ਡੇਟ 11/11/2022 ਹੈ। ਕਿਹੜੀਆਂ ਪੋਸਟ ਨੇ ਗੱਲ ਕਰਦੇ ਆ ਜੀ। ਵਾਰਡ ਅਟੈਂਡੈਂਟ ਦੀਆਂ 39 ਪੋਸਟਾਂ ਨੇ, ਮਿਡਲ ਪਾਸ ਮੰਗੀ ਹੈ। ਲਾਇਬ੍ਰੇਰੀ ਅਟੈਂਡੈਂਟ ਦੀਆਂ 3 ਪੋਸਟਾਂ, ਮਿਡਲ ਪਾਸ ਮੰਗੀ ਹੈ ਜੀ। ਸੀਵਰਮੈਨ ਦੀਆਂ 7 ਪੋਸਟਾਂ, ਕੈਂਡੀਡੇਟ ਰੀਡ ਅਤੇ ਰਾਈਟ ਕਰਨਾ ਜਾਣਦਾ ਹੋਵੇ, ਕੋਈ ਕੁਆਲੀਫਿਕੇਸ਼ਨ ਨਹੀਂ। ਰੇਡੀਓਗ੍ਰਾਫਰ ਦੀਆਂ 8 ਪੋਸਟਾਂ ਨੇ, +2 ਦੇ ਨਾਲ BSc ਕੀਤੀ ਹੋਣੀ ਚਾਹੀਦੀ ਹੈ। ਰੇਡੀਓਗ੍ਰਾਫੀ ਦੀ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। सिटी ਨੂੰ ਹੈ ਜਿਹੜਾ ਪ੍ਰੈਫਰੈਂਸ ਦਿੱਤੀ ਜਾਊਗੀ। ਲੈਬ ਟੈਕਨੀਸ਼ੀਅਨ ਦੀਆਂ ਟੋਟਲ ਪੋਸਟਾਂ ਨੇ ਜੀ 34, ਗ੍ਰੇਡ 2 ਦੀਆਂ, +2 ਦੇ ਨਾਲ BSc ਕੀਤੀ ਹੋਣੀ ਚਾਹੀਦੀ ਹੈ MLT ਦੇ ਵਿੱਚ। ਆਪਰੇਸ਼ਨ ਥੀਏਟਰ ਅਸਿਸਟੈਂਟ ਦੀਆਂ 16 ਪੋਸਟਾਂ ਜੀ, +2 ਦੇ ਨਾਲ BSc ਕੀਤੀ ਹੋਣੀ ਚਾਹੀਦੀ ਹੈ ਆਪਰੇਸ਼ਨ ਥੀਏਟਰ ਦੇ ਵਿੱਚ। ਫਾਰਮਾਸਿਸਟ ਦੀਆਂ 10 ਪੋਸਟਾਂ ਨੇ ਜੀ, +2 ਦੇ ਨਾਲ M ਫਾਰਮੇਸੀ ਜਾਂ B ਫਾਰਮੇਸੀ ਕੀਤੀ ਹੋਣੀ ਚਾਹੀਦੀ ਹੈ। ਜਿਸ ਕੈਂਡੀਡੇਟ ਨੇ M ਫਾਰਮੇਸੀ ਕੀਤੀ ਹੈ ਉਸ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਇਲੈਕਟ੍ਰੀਸ਼ੀਅਨ ਦੀਆਂ 7 ਪੋਸਟਾਂ ਨੇ ਜੀ, ਮੈਟ੍ਰਿਕੂਲੇਸ਼ਨ ਦੇ ਨਾਲ 10ਵੀਂ ਦੇ ਨਾਲ ਕੈਂਡੀਡੇਟ ਕੋਲੇ 2 ਸਾਲ ਦਾ ITI ਦਾ ਇਲੈਕਟ੍ਰੀਸ਼ੀਅਨ ਦਾ ਇਲੈਕਟ੍ਰੀਕਲ ਦਾ ਡਿਪਲੋਮਾ ਹੋਣਾ ਚਾਹੀਦਾ ਜਾਂ ITI ਹੋਣੀ ਚਾਹੀਦੀ ਹੈ, ਠੀਕ ਹੈ ਜੀ। ਨਾਲ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਇਲੈਕਟ੍ਰੀਸ਼ੀਅਨ ਦਾ। ਪਲੰਬਰ ਦੀਆਂ 3 ਪੋਸਟਾਂ ਨੇ ਜੀ, 10ਵੀਂ ਦੇ ਨਾਲ 1 ਸਾਲ ਦਾ ITI ਪਲੰਬਰ ਦਾ ਹੋਣਾ ਚਾਹੀਦਾ ਅਤੇ 1 ਸਾਲ ਦਾ ਹੀ ਕੋਰਸ ਹੋਣਾ ਐਕਸਪੀਰੀਅੰਸ ਹੋਣਾ ਚਾਹੀਦਾ ਪਲੰਬਰ ਦਾ। ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ 67 ਪੋਸਟਾਂ ਨੇ ਜੀ। ਬਹੁਤ ਵਧੀਆ ਮੌਕਾ ਹੈ। 67 ਪੋਸਟਸ ਆਈਆਂ ਨੇ। ਜਿਹੜੇ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਨੇ ਪਲੀਜ਼ ਹੁਣੇ ਹੀ ਵੀਡੀਓ ਨੂੰ ਪੂਰਾ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਸਾਰੀਆਂ ਅਪਡੇਟਸ ਇਸੇ ਤਰ੍ਹਾਂ ਦੀਆਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ। ਜਿਨ੍ਹਾਂ ਨੇ ਆਲਰੇਡੀ ਸਬਸਕ੍ਰਾਈਬ ਕਰ ਰੱਖਿਆ ਜੀ, ਦੁਬਾਰਾ ਕਰਨ ਦੀ ਜ਼ਰੂਰਤ ਨਹੀਂ। ਜਿਹੜੇ ਰਹਿ ਗਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ। ਵੀਡੀਓ ਦੇ ਡਿਸਕ੍ਰਿਪਸ਼ਨ 'ਚ ਸਾਰੇ ਲਿੰਕ ਮਿਲ ਜਾਣਗੇ PDF ਫਾਈਲ ਦੇ ਲਈ। ਟੈਲੀਗ੍ਰਾਮ ਚੈਨਲ ਦਾ ਲਿੰਕ ਹੈ, ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਟਵਿੱਟਰ 'ਤੇ ਫੋਲੋ ਕਰ ਲਿਓ, ਫੇਸਬੁੱਕ ਪੇਜ ਲਾਈਕ ਕਰ ਲਿਓ, ਸਾਰੇ ਕਰ ਲਿਓ ਜੀ ਤਾਂ ਕਿ ਹਰ ਇੱਕ ਜਗ੍ਹਾ 'ਤੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੇ, ਕੋਈ ਮਿਸ ਨਾ ਹੋਵੇ। YouTube 'ਤੇ ਸਰਚ ਕਰੋਗੇ ਇਨਫੋ ਅਬਾਊਟ ਆਲ ਗਵਰਨਮੈਂਟ ਜੋਬ, ਹੋਮ ਪੇਜ 'ਤੇ ਸਾਰੇ ਚੈਨਲ ਮਿਲ ਜਾਣਗੇ। ਪਲੀਜ਼ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਸਾਰਿਆਂ ਦੇ ਪ੍ਰੈਸ ਕਰ ਲਿਓ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟ ਨਾਲ। ਕਲੀਅਰ ਹੈ ਜੀ। ਗ੍ਰੈਜੂਏਟ ਕੀਤੀ ਹੋਣੀ ਚਾਹੀਦੀ ਹੈ। 120 ਘੰਟਿਆਂ ਦਾ ਜਿਹੜਾ ਉਹਦੇ ਕੋਲੇ ਕੰਪਿਊਟਰ ਦਾ ਕੋਰਸ ਹੋਣਾ ਚਾਹੀਦਾ, ਸਰਟੀਫਿਕੇਟ ਹੋਣਾ ਚਾਹੀਦਾ ਅਤੇ ਜਾਂ ਕੈਂਡੀਡੇਟ ਕੋਲੇ O ਲੈਵਲ ਦੀ ਸਰਟੀਫਿਕੇਟ ਹੋਣਾ ਚਾਹੀਦਾ। ਹੁਣ ਗੱਲ ਕਰਦੇ ਹਾਂ ਜੀ ਸਟਾਫ ਨਰਸ ਦੀ। ਟਾਈਪਿੰਗ ਟੈਸਟ ਹੋਏਗਾ ਜੀ। ਟਾਈਪਿੰਗ ਟੈਸਟ ਦੇ ਲਈ ਆਪਣੀਆਂ ਫ੍ਰੀ ਆਫ ਕੋਸਟ ਕਲਾਸਿਸ ਪਈਆਂ ਨੇ। ਪਲੇਲਿਸਟ ਬਣੀ ਹੋਈ ਹੈਗੀ ਇਨਫੋ ਅਬਾਊਟ ਆਲ ਗਵਰਨਮੈਂਟ ਜੋਬ ਦੇ ਹੋਮ ਪੇਜ 'ਤੇ ਪਲੇਲਿਸਟ ਬਣੀ ਹੈ। PSSS ਦੀ ਕਲਰਕ, ਰਾਵੀ ਫੋਨ ਟਾਈਪਿੰਗ ਦੀਆਂ ਫ੍ਰੀ ਕਲਾਸਿਸ ਚੈੱਕ ਕਰ ਲਿਓ ਜਾ ਕੇ। ਪੰਜਾਬੀ ਅਤੇ ਇੰਗਲਿਸ਼ ਦੀਆਂ ਕਲਾਸਿਸ ਪਈਆਂ ਨੇ, ਦੇਖ ਲਿਓ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਅਤੇ ਹੋਰ ਕਲਾਸਿਸ ਜਿਹੜੀਆਂ ਆਪਾਂ ਜਲਦ ਹੀ ਸ਼ੁਰੂ ਕਰਾਂਗੇ। SS ਬੋਰਡ ਦਾ ਜਿਹੜਾ ਰਾਵੀ ਫੋਨ ਟਾਈਪਿੰਗ ਦਾ ਟੈਸਟ ਆਉਣ ਵਾਲਾ ਹੈ, ਇਸ ਲਈ ਜਿੰਨੇ ਕੈਂਡੀਡੇਟ ਵਿਲਿੰਗ ਹੋਣਗੇ ਆਪਾਂ ਕਲਾਸਿਸ ਸ਼ੁਰੂ ਕਰ ਦਾਂਗੇ। ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼। ਸਟਾਫ ਨਰਸਿਸ ਦੀਆਂ 45 ਪੋਸਟਸ ਨੇ ਜੀ। +2 ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟ ਨੇ। ਪ੍ਰੈਫਰੈਂਸ ਉਹਨਾਂ ਕੈਂਡੀਡੇਟ ਨੂੰ ਦਿੱਤੀ ਜਾਊਗੀ ਜਿਨ੍ਹਾਂ ਨੇ BSc ਨਰਸਿੰਗ ਦੀ ਕੀਤੀ ਹੋਈ ਹੈ ਜੀ। ਐਕਸਪੀਰੀਅੰਸ ਪਰਸਨਸ ਵਿਲ ਬੀ ਪ੍ਰੈਫਰਡ। ਜਿਨ੍ਹਾਂ ਕੈਂਡੀਡੇਟ ਨੂੰ ਐਕਸਪੀਰੀਅੰਸ ਹੋਏਗਾ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਪੰਪ ਆਪਰੇਟਰ ਦੀਆਂ 3 ਪੋਸਟਾਂ ਨੇ ਜੀ। +2 ਕੀਤੀ ਹੋਣੀ ਮੈਟ੍ਰਿਕੂਲੇਸ਼ਨ ਕੀਤੀ ਹੋਣੀ ਚਾਹੀਦੀ ਹੈ 50% ਮਾਰਕਸ ਦੇ ਨਾਲ ਅਤੇ ਪੰਜਾਬੀ ਹੈ ਜਿਹੜੀ 10ਵੀਂ ਦੇ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ। 2 ਸਾਲ ਦਾ ITI ਦਾ ਇਲੈਕਟ੍ਰੀਕਲ ਦੇ ਵਿੱਚ ਹੋਣਾ ਚਾਹੀਦਾ। 1 ਸਾਲ ਦਾ ਪਲੰਬਰ ਜਾਂ ਇਲੈਕਟ੍ਰੀਸ਼ੀਅਨ, 1 ਸਾਲ ਦਾ ਪੰਪ ਆਪਰੇਟਰ ਜਾਂ ਇਲੈਕਟ੍ਰੀਸ਼ੀਅਨ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਗੈਸ ਪਲਾਂਟ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ ਜੀ। +2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ। ਨਾਲ ਡਿਪਲੋਮਾ ਹੋਣਾ ਚਾਹੀਦਾ ਇਲੈਕਟ੍ਰੀਸ਼ੀਅਨ ਦਾ ਜਾਂ ਪੰਪ ਆਪਰੇਟਰ ਦਾ ITI ਤੋਂ। ਡੀਜ਼ਲ ਇੰਜਨ ਮਕੈਨਿਕ ਦੀ 1 ਪੋਸਟ ਹੈ ਜੀ। 10ਵੀਂ 50% ਮਾਰਕਸ ਦੇ ਨਾਲ ਕੀਤੀ ਹੋਣੀ ਚਾਹੀਦੀ ਹੈ ਅਤੇ ਪੰਜਾਬੀ ਪਾਸ ਹੋਣਾ ਚਾਹੀਦਾ 10ਵੀਂ 'ਚੋਂ ਕੈਂਡੀਡੇਟ। 1 ਸਾਲ ਦਾ ITI ਡੀਜ਼ਲ ਇੰਜਨ ਮਕੈਨਿਕ ਦਾ ਉਹਦੇ ਕੋਲੇ ਕੋਰਸ ਹੋਣਾ ਚਾਹੀਦਾ ਅਤੇ 1 ਸਾਲ ਦਾ ਹੀ ਐਕਸਪੀਰੀਅੰਸ ਹੋਣਾ ਚਾਹੀਦਾ ਡੀਜ਼ਲ ਮਕੈਨਿਕ ਦਾ, ਠੀਕ ਹੈ ਜੀ। ਇੰਜਨ ਮਕੈਨਿਕ ਜਾਂ ਡੀਜ਼ਲ ਮਕੈਨਿਕ ਸੇਮ ਹੀ ਹੈ। ECG ਟੈਕਨੀਸ਼ੀਅਨ ਦੀ ਗੱਲ ਕਰ ਲੈਂਦੇ ਜੀ ਆਪਾਂ। 4 ਪੋਸਟਾਂ ਨੇ। +2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ। ਬੈਚਲਰ ਡਿਗਰੀ 50% ਮਾਰਕਸ ਦੇ ਨਾਲ ਹੋਣੀ ਚਾਹੀਦੀ ਹੈ। 1 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ECG ਦਾ। LA ਦੀਆਂ 23 ਪੋਸਟਾਂ ਨੇ ਜੀ। +2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ। ਡਿਪਲੋਮਾ ਹੋਣਾ ਚਾਹੀਦਾ ਮੈਡੀਕਲ ਲੈਬੋਰੇਟਰੀ ਟੈਕਨੋਲੋਜੀ ਦਾ, ਰੈਗੂਲਰ ਬੇਸ ਦਾ। ਕਲੀਅਰ ਹੈ ਜੀ। ਕੋਰਸਪੋਂਡਿੰਗ ਡਿਪਲੋਮਾ ਜਿਹੜਾ ਉਹ ਕੰਸੀਡਰ ਨਹੀਂ ਕੀਤਾ ਜਾਏਗਾ। ਕਾਰਪੈਂਟਰ ਦੀਆਂ 3 ਪੋਸਟਾਂ ਨੇ ਜੀ। ਮੈਟ੍ਰਿਕੂਲੇਸ਼ਨ ਹੋਣੀ ਚਾਹੀਦੀ ਹੈ 10ਵੀਂ ਹੋਣੀ ਚਾਹੀਦੀ ਹੈ 50% ਮਾਰਕਸ ਦੇ ਨਾਲ। 10ਵੀਂ 'ਚੋਂ ਪੰਜਾਬੀ ਕੈਂਡੀਡੇਟ ਨੇ ਪਾਸ ਕੀਤੀ ਹੋਣੀ ਚਾਹੀਦੀ ਹੈ। 1 ਸਾਲ ਦੀ ITI ਹੋਣੀ ਚਾਹੀਦੀ ਹੈ ਕਾਰਪੈਂਟਰ ਦੀ ਅਤੇ 1 ਸਾਲ ਦਾ ਹੀ ਐਕਸਪੀਰੀਅੰਸ ਹੋਣਾ ਚਾਹੀਦਾ ਕਾਰਪੈਂਟਰ ਦਾ। ਰਿਸੈਪਸ਼ਨਿਸਟ ਪਲੱਸ ਕਲਰਕ, ਠੀਕ ਹੈ। ਰਿਸੈਪਸ਼ਨਿਸਟ ਕਮ ਕਲਰਕ। ਇਸ ਤੋਂ ਪਹਿਲਾਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਸੀ 2 ਪੋਸਟਾਂ ਇਹ ਵੀ ਹੋਰ ਨੇ। ਗ੍ਰੈਜੂਏਟ ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ। ਪ੍ਰੈਫਰੈਂਸ ਉਹਨਾਂ ਕੈਂਡੀਡੇਟ ਨੂੰ ਦਿੱਤੀ ਜਾਏਗੀ ਜਿਨ੍ਹਾਂ ਦੀ ਇੰਗਲਿਸ਼ ਵਧੀਆ, ਮਤਲਬ ਕਿ ਇੰਗਲਿਸ਼ ਬੋਲਣਾ ਅੱਛੀ ਤਰ੍ਹਾਂ ਆਉਣਾ ਉਹਨਾਂ ਨੂੰ। PGDCA ਹੋਣੀ ਚਾਹੀਦੀ ਹੈ ਕੈਂਡੀਡੇਟ ਕੋਲੇ ਅਤੇ ਟਾਈਪਿੰਗ ਟੈਸਟ ਹੈ ਜਿਹੜਾ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦਾ 30 ਵਰਡ ਪਰ ਮਿੰਟ ਦਾ ਲਿਆ ਜਾਏਗਾ। ਆਡੀਓ ਵਿਜ਼ੂਅਲ ਅਟੈਂਡੈਂਟ ਦੀਆਂ 2 ਪੋਸਟਾਂ ਨੇ। +2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ ਅਤੇ 1 ਸਾਲ ਦਾ ਉਹਦੇ ਕੋਲੇ ਕੋਰਸ ਹੋਣਾ ਚਾਹੀਦਾ ਆਡੀਓ ਵਿਜ਼ੂਅਲ ਇੰਸਟਰੂਮੈਂਟ ਟੈਕਨੀਕਸ ਦਾ।
AC ਆਪਰੇਟਰ ਦੀਆਂ 4 ਪੋਸਟਾਂ ਨੇ ਜੀ। 10ਵੀਂ 50% ਮਾਰਕਸ ਦੇ ਨਾਲ ਕੀਤੀ ਹੋਣੀ ਚਾਹੀਦੀ ਹੈ। 10ਵੀਂ ਚੋਂ ਕੈਂਡੀਡੇਟ ਪੰਜਾਬੀ ਨਾਲ ਪਾਸ ਹੋਣਾ ਚਾਹੀਦਾ ਹੈ। 2 ਸਾਲ ਦੀ ITI ਕੀਤੀ ਹੋਣੀ ਚਾਹੀਦੀ ਹੈ ਰੈਫਰੀਜਰੇਟਰ ਐਂਡ 에ਅਰ ਕੰਡੀਸ਼ਨਿੰਗ ਦੀ, ਅਤੇ 1 ਸਾਲ ਦਾ ਰਨਿੰਗ ਆਫ ਚਿਲਰ ਪਲਾਂਟ ਆਫ ਟਨ ਔਰ ਮੋਰ ਦਾ ਐਕਸਪੀਰੀਅੰਸ ਕੈਂਡੀਡੇਟ ਕੋਲੇ ਹੋਣਾ ਚਾਹੀਦਾ ਹੈ। ਵੈਲਡਰ ਦੀ 1 ਪੋਸਟ ਹੈ ਜੀ। 10ਵੀਂ 50% ਮਾਰਕਸ ਦੇ ਨਾਲ, 10ਵੀਂ ਚੋਂ ਪੰਜਾਬੀ ਪਾਸ, 1 ਸਾਲ ਦਾ ITI ਵੈਲਡਰ ਦਾ ਅਤੇ 1 ਸਾਲ ਦਾ ਹੀ ਐਕਸਪੀਰੀਅੰਸ ਹੋਣਾ ਚਾਹੀਦਾ ਵੈਲਡਰ ਦਾ ARC ਐਂਡ ਗੈਸ ਵੈਲਡਿੰਗ ਦਾ। ਲਾਉਂਡਰੀ ਆਪਰੇਟਰ ਦੀਆਂ 2 ਪੋਸਟਾਂ ਨੇ ਜੀ। 10ਵੀਂ ਘੱਟੋ ਘੱਟ ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਅਤੇ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਐਜ਼ ਏ ਧੋਬੀ ਦਾ, ਧੋਬੀ ਜੋ ਵੀ ਲਾ ਲਓ। ANM ਦੀਆਂ 4 ANM ਦੀਆਂ 4 ਪੋਸਟਾਂ ਨੇ ਜੀ। +2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ। ਨਰਸ ਮਿਡਵਾਈਫ ਹੋਣੀ ਚਾਹੀਦੀ ਹੈ। ਐਗਜ਼ਿਲਰੀ ਨਰਸ MPHW ਕੁਆਲੀਫਿਕੇਸ਼ਨ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਦੂਸਰੀ ਡਾਇਲਾਸਿਸ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ ਜੀ। +2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ। BSc ਹੋਣੀ ਚਾਹੀਦੀ ਹੈ ਮੈਡੀਕਲ ਦੀ। ਉਸ ਤੋਂ ਬਾਅਦ ਡੈਂਟਲ ਟੈਕਨੀਸ਼ੀਅਨ ਦੀਆਂ ਜੀ 2 ਪੋਸਟਾਂ ਨੇ। +2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ। BSc ਹੋਣੀ ਚਾਹੀਦੀ ਹੈ ਡੈਂਟਲ ਮੈਕੈਨਿਕਸ ਦੀ। ਲਿਫਟਮੈਨ ਦੀਆਂ 5 ਪੋਸਟਾਂ ਨੇ ਜੀ। 10ਵੀਂ 50% ਮਾਰਕਸ ਦੇ ਨਾਲ, 10ਵੀਂ ਪੰਜਾਬੀ ਚੋਂ ਪੰਜਾਬੀ 10ਵੀਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। 1 ਸਾਲ ਦੀ ITI ਹੋਣੀ ਚਾਹੀਦੀ ਇਲੈਕਟ੍ਰੀਸ਼ੀਅਨ ਦੀ, ਅਤੇ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਐਜ਼ ਏ ਲਿਫਟਮੈਨ ਦਾ ਹੋਣਾ ਚਾਹੀਦਾ। ਡਿਸਸੈਕਸ਼ਨ ਹਾਲ ਅਟੈਂਡੈਂਟ ਦੀਆਂ 2 ਪੋਸਟਾਂ ਨੇ ਜੀ। ਮਿਡਲ ਪਾਸ ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ, 8ਵੀਂ ਪਾਸ ਹੋਣਾ ਚਾਹੀਦਾ ਹੈ। ਵਾਟਰਮੈਨ ਦੀਆਂ 2 ਪੋਸਟਾਂ ਨੇ, 8ਵੀਂ ਪਾਸ ਹੋਣਾ ਚਾਹੀਦਾ ਹੈ। ਸਟਰੈਚਰ ਬੀਅਰਰ ਦੀਆਂ 16 ਪੋਸਟਾਂ, ਮਿਡਲ ਪਾਸ। ਫੀਮੇਲ ਆਇਆ ਦੀਆਂ 2 ਪੋਸਟਾਂ, ਮਿਡਲ ਪਾਸ ਮਤਲਬ 8ਵੀਂ ਹੈ ਜੀ। ਕਾਮਨ ਰੂਮ ਬੀਅਰਰ 1 ਪੋਸਟ ਹੈ ਜੀ, ਮਿਡਲ ਪਾਸ। ਵਰਕਸ਼ਾਪ ਅਟੈਂਡੈਂਟ 3 ਪੋਸਟਾਂ, ਮਿਡਲ ਪਾਸ। ਕੁੱਕ ਹੈਲਪਰ 2 ਪੋਸਟਾਂ, ਮਿਡਲ ਪਾਸ। ਹੈਲਪਰ ਟੂ ਵਾਰਡਨ 1 ਪੋਸਟ, ਮਿਡਲ ਪਾਸ। ਹੈਲਪਰ ਟੂ ਇਲੈਕਟ੍ਰੀਸ਼ੀਅਨ 6 ਪੋਸਟਾਂ, ਮਿਡਲ ਪਾਸ। ਕੁੱਕ ਦੀਆਂ 5 ਪੋਸਟਾਂ, ਮਿਡਲ ਪਾਸ। ਟੇਲਰ ਦੀ 1 ਪੋਸਟ ਹੈ ਜੀ। 10ਵੀਂ ਕੈਂਡੀਡੇਟ ਨੇ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਪੰਜਾਬੀ 10ਵੀਂ ਤੱਕ ਪਾਸ ਕੀਤੀ ਹੋਣੀ ਚਾਹੀਦੀ ਹੈ। ਜੇ ਕਿਸੇ ਨੰਬਰ 2 ਸ਼ੁੱਡ ਪ੍ਰੋਸੈਸ ਡਿਪਲੋਮਾ ਕੈਂਡੀਡੇਟ ਕੋਲੇ ਹੋਣਾ ਚਾਹੀਦਾ ਹੈ ਕਟਿੰਗ ਤੇ ਟੇਲਰਿੰਗ ਦਾ ਡਿਪਲੋਮਾ ਵੀ ਹੋਣਾ ਚਾਹੀਦਾ। CSSD ਟੈਕਨੀਸ਼ੀਅਨ ਦੀਆਂ 9 ਪੋਸਟਾਂ ਨੇ ਜੀ। +2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ। BSc ਹੋਣੀ ਚਾਹੀਦੀ ਹੈ ਕੈਂਡੀਡੇਟ ਕੋਲੇ ਆਪਰੇਸ਼ਨ ਥੀਏਟਰ ਟੈਕਨੋਲੋਜੀ ਦੀ। ਹੁਣ ਗੱਲ ਕਰਦੇ ਹਾਂ ਜੀ ਐਪਲੀਕੇਸ਼ਨ ਫਾਰਮ ਦੀ। ਇਹ PDF ਫਾਈਲ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦਿਆਂਗੇ, ਠੀਕ ਹੈ, ਚਿੰਤਾ ਕਰਨ ਦੀ ਲੋੜ ਨਹੀਂ ਹੈ। ਐਪਲੀਕੇਸ਼ਨ ਫਾਰਮ ਬਿਲਕੁਲ ਸੌਖਾ ਹੈਗਾ, ਆਰਾਮ ਨਾਲ ਭਰ ਲਓਗੇ। ਕੈਪੀਟਲ ਲੈਟਰ ਦੇ ਵਿੱਚ ਭਰਨਾ। ਜੇ ਕੁਝ ਵੀ ਨਹੀਂ ਸਮਝ ਆਇਆ ਤਾਂ ਕਮੈਂਟ ਕਰ ਦਿਓ, ਠੀਕ ਹੈ। ਸਾਰੇ ਦਾ ਸਾਰਾ ਐਪਲੀਕੇਸ਼ਨ ਫਾਰਮ ਆਪਾਂ ਪ੍ਰੋਵਾਈਡ ਕਰਾ ਦਿੰਦੇ ਹਾਂ। ਹੋਰ ਸਾਰੀਆਂ ਅਪਡੇਟਸ, ਹਾਂਜੀ, ਪੰਜਾਬ ਪੁਲਿਸ ਦੀਆਂ 6000 ਪੋਸਟਸ ਆਉਣੀਆਂ ਨੇ। ਐਪਲੀਕੇਸ਼ਨ ਫੀ ਹੈ ਜੀ ਜਨਰਲ ਕੈਟੇਗਰੀ ਦੀ 1000, SC BC ਤੇ OBC ਦੀ 50 ਰੁਪਏ ਹੋਏਗੀ, ਠੀਕ ਹੈ। ਡਿਮਾਂਡ ਡਰਾਫਟ ਦੇ ਰਾਹੀਂ ਭਰਨੀ ਹੈ, ਜੋ ਕਰਨੀ ਹੈ ਉਹ ਇੱਕ ਵਾਰ PDF ਫਾਈਲ ਤੁਸੀਂ ਦੇਖ ਲਿਓ, ਠੀਕ ਹੈ। ਮਿਲਦੇ ਹਾਂ ਜੀ। 6000 ਪੋਸਟਾਂ ਆਉਣੀਆਂ ਨੇਗੀਆਂ। ਦੁਬਾਰਾ ਫਿਰ ਤੁਹਾਨੂੰ ਦੱਸ ਦਈਏ, ਜਿਹੜੇ ਕੈਂਡੀਡੇਟ ਤੁਹਾਨੂੰ ਵਾਰ-ਵਾਰ ਕਹਿੰਦੇ ਰਹੇ ਆ ਵੀ 6000 ਪੋਸਟਾਂ ਆਉਣੀਆਂ ਨੇ, ਪੰਜਾਬ ਪੁਲਿਸ ਜਬ ਦੀ ਤਿਆਰੀ ਖਿੱਚ ਕੇ ਰੱਖੋ। ਜਦੋਂ ਵੀ ਨੋਟੀਫਿਕੇਸ਼ਨ ਆਏਗਾ ਆਫੀਸ਼ੀਅਲ ਤੁਹਾਨੂੰ ਸੂਚਿਤ ਕਰ ਦਿੱਤਾ ਜਾਏਗਾ। ਇਹ ਹਜੇ ਅਨਾਊਂਸਮੈਂਟ ਹੋਈ ਹੈ, ਠੀਕ ਹੈ। ਜਦੋਂ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਹੈ ਉਦੋਂ ਤੁਹਾਨੂੰ ਜਾਣਕਾਰੀ ਹੈ ਜਿਹੜੀ ਫੁੱਲ ਡਿਟੇਲ ਹੈ ਉਹ ਮਿਲ ਜੇਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ, ਘੰਟੀ ਦਾ ਬਟਨ ਦਬਾ ਕੇ ਜਾਇਓ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਨੈਕਸਟ ਵੀਡੀਓ, ਤਦ ਤੱਕ ਲਈ ਬੀ ਸੇਫ, ਸਟੇ ਕਨੈਕਟਡ, ਯੂ ਟੇਕ ਵੈਰੀ ਗੁੱਡ ਕੇਅਰ ਯੂਰਸੈਲਫ। ਬਾਏ ਬਾਏ।